अपने सारे साथियों ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਮੇਰਾ ਨਮਸਕਾਰ, ਮੇਰਾ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਨਾਲ ਪਿਛਲੀ ਵਾਰਾਂ ਦੀ ਤਰ੍ਹਾਂ ਕੁਝ ਸਿਆਸੀ ਸੋਚ ਦੇ ਮੁਤਲਕ ਗੱਲ ਕਰਨਾ ਚਾਹਨਾ ਵਾਂ ਔਰ ਕੁਝ ਅੱਜ ਜੋ ਦੇਸ਼ ਵਿੱਚ ਸਥਿਤੀ ਬਣੀ ਹੈ ਉਹਦੇ ਮੁਤਲਕ ਗੱਲ ਕਰਨਾ ਚਾਹਨਾ ਵਾਂ। ਤੁਸੀਂ ਜਾਣਦੇ ਹੋ ਕਿ ਚੀਨ ਨੇ ਇੱਕ ਵਾਰ ਫਿਰ ਸਾਡੀ ਸਰਹੱਦ ਦੇ ਉੱਪਰ ਭਾਰਤ ਦੀ ਸੀਮਾਵਾਂ ਨੂੰ ਲਾਂਘ ਕੇ ਸਾਡੀ ਧਰਤੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਮੂੰਹ ਤੋੜ ਜਵਾਬ ਸਾਡੇ ਜਾਂਬਾਜ਼ ਸੈਨਾਨੀਆਂ ਨੇ ਚੀਨ ਨੂੰ ਦਿੱਤਾ ਹੈ। ਮਗਰ ਇਹ ਜਿਹੜੀ ਘਟਨਾ ਘਟੀ ਹੈ ਇਹ ਮਾਮੂਲੀ ਬਾਰਡਰ ਦੀ ਝੜਪ ਨਹੀਂ, ਇਹ ਚੀਨ ਦੇ ਜਿਹੜੇ ਨਾਪਾਕ ਇਰਾਦੇ ਨੇ ਭਾਰਤ ਦੀ ਤਰਫ ਉਹਨਾਂ ਦਾ ਇੱਕ ਪ੍ਰਗਟਾਵਾ ਹੈ। ਆਉਣ ਵਾਲੇ ਦਿਨ ਬਹੁਤ ਮੁਸ਼ਕਿਲ ਦੇ ਦਿਨ ਨੇ ਔਰ ਭਾਰਤ ਨੂੰ ਇਕਜੁੱਟ ਹੋ ਕੇ ਚੀਨ ਦਾ ਮੁਕਾਬਲਾ ਕਰਨਾ ਪਏਗਾ। ਕੋਰੋਨਾ ਦੀ ਲੜਾਈ ਅਜੇ ਲੰਬੀ ਹੈ ਔਰ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਇਹ ਵੱਧਦਾ ਪਿਆ ਹੈ, ਕੰਮ ਘਟਦਾ ਨਹੀਂ ਪਿਆ। ਇਸ ਕਰਕੇ ਵੀ ਜ਼ਰੂਰੀ ਹੈ ਕਿ ਦੇਸ਼ ਇਕਜੁੱਟ ਹੋ ਕੇ इन असाधारण चुनौतियों ਨੂੰ ਭੁਗਤੇ और इन्हां चुनौतियों के सामने खड़ा होकर चुनौतियों का सामना करे। किसी एक व्यक्ति विशेष की या एक पार्टी की ये लड़ाई नहीं, ये लड़ाई सारे देश की है और सारे सूझवान और प्रतिभाशाली और सियाने नागरिकों का और सारी जनता का एक कर्तव्य बनता है कि असी दलगत राजनीति तो ऊपर उठ के इन्हां दो चुनौतियों का सामना मुखर होकर करिए। इस संदर्भ विच मैनू फ्रांस के बहुत वड्डे उपन्यासकार जड़े हुए ने और सियासतदान भी हुए ने, एमिल जोला, उन्हां दी कुछ भावनावां ਨੂੰ ਜਿਸ ਤਰ੍ਹਾਂ ਉਹਨਾਂ ਨੇ ਵਿਅਕਤ ਕੀਤਾ ਸੀ ਉਹਨਾਂ ਦੀ ਯਾਦ ਆ ਰਹੀ ਹੈ। ਉਹਨਾਂ ਨੇ ਦੋ ਗੱਲਾਂ ਸਾਨੂੰ ਦੱਸੀਆਂ ਸਨ ਹੋਰ ਵਧੇਰੀਆਂ ਗੱਲਾਂ ਦੇ ਇਲਾਵਾ। ਪਹਿਲੀ ਗੱਲ ਉਹਨਾਂ ਨੇ ਸਾਨੂੰ ਇਹ ਦੱਸੀ ਸੀ ਕਿ ਸੱਚਾਈ ਦਾ ਸਫ਼ਰ ਇੱਕ ਨਾ ਖਤਮ ਹੋਣ ਵਾਲਾ ਸਫ਼ਰ ਹੈ। ਇਸ ਦਾ ਮਤਲਬ ਹੈ ਵੇ ਕਿ ਸੱਚਾਈ ਦੀ ਖੋਜ ਇੱਕ ਨਾ ਖਤਮ ਹੋਣ ਵਾਲੀ ਖੋਜ ਹੈ। ਸੱਚਾਈ ਦੇ ਮਤਲਬ ਸੱਚਾਈ ਦੀ ਪਰਿਭਾਸ਼ਾ हर युग विच बदलती रहती है और संदर्भ के मुताबिक सच्चाई अपने आप को प्रगट करती है। उस तरह उन्होंने यह कहा सी कि जे उन्होंने जन्म लिता है तो उन्होंने जन्म लैन का मुख मकसद है वे कि अपने जीवन को मुखर होकर जीना, अपनी गल नूं मुखर होकर बिना किसी डर दे रखना और अपने जीवन दी जिहड़ी रोज़ दी शैली वे वो किसी भी तरह दब ना सके, उन्होंने किसी तरह दबाया ना जा सके। उन्होंने जीवन का यह मकसद है, यह उन्होंने अपने एक विचार लिखा सी। इन्हां दोनों विचारां दा खास महत्व है साडी अज दी परिस्थिति विच। मुख्तलिफ पोलिटिकल पार्टियां मुख्तलिफ मुद्दों को अपनी सोच के मुताबिक अपने फ़ायदे के मुताबिक लोगों के सामने रखदियां हैं, पर लोग जानकार ने, लोग जानू ने कि असल हकीकत की है और सच्चाई की है। इस करके मेरी अपने भरावां नूं विनम्र प्रार्थना और विनती है कि हर मुद्दे नूं सच्चाई की कसौटी के उपर परखन, क्योंकि सच्चाई की खोज लंबी तो है पर एक खोज ज़रूरी भी है। सच्चाई के बिना के उपर ही राष्ट्र पनपते ने और बनते ने। उस तरह दूसरी सोच जिहड़ी एमिल जोला ने, जिस तरह मैं दस्या, जो फ्रांस के वड्डे उपन्यासकार और सियासी आगू होए ने, उन्होंने सानू दस्या है कि जिंदगी का
ਮਕਸਦ ਜ਼ਿੰਦਗੀ ਦਮ ਦੇ ਨਾਲ ਔਰ ਮੁਖਰ ਹੋ ਕੇ ਜੀਣਾ ਹੈ। ਇਸ ਕਰਕੇ ਭੈ ਦੇ ਤਹਿਤ ਜਾਂ ਜ਼ੋਰ ਔਰ ਜ਼ਬਰ ਤੋਂ ਦਬ ਕੇ ਜ਼ਿੰਦਗੀ ਨਹੀਂ ਜੀਣੀ ਚਾਹੀਦੀ। ਇਹ ਉਹਨਾਂ ਦਾ ਸਾਨੂੰ ਮੈਸੇਜ ਹੈ। ਮੈਂ ਇੱਕ ਪ੍ਰਗਤੀਸ਼ੀਲ ਰਾਸ਼ਟਰ ਦੇ ਬਹੁਤ ਸੂਝਵਾਨ ਦੋਸਤਾਂ ਨੂੰ, ਸਾਥੀਆਂ ਨੂੰ, ਨਾਗਰਿਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਉਹ ਆਪਣਾ ਜੀਵਨ ਸੱਚਾਈ ਦੇ ਪਥ ਤੇ ਚੱਲ ਕੇ ਜੀਣ ਔਰ ਆਪਣੀ ਸਿਆਸਤ ਨੂੰ ਉਹਨਾਂ ਹੱਥਾਂ ਵਿੱਚ ਸੌਂਪਣ ਜਿਹੜੇ ਸੂਝਵਾਨ ਲੋਕ ਨੇ ਔਰ ਦੇਸ਼ ਦੀ ਭਲਾਈ ਨੂੰ ਸਮਰਪਿਤ ਲੋਕ ਨੇ। ਹਰ ਪਾਰਟੀ ਦੇ ਵਿੱਚ ਚੰਗੇ ਨੇਤਾ ਵੀ ਨੇ ਔਰ ਨਾ ਚੰਗੇ ਨੇਤਾ ਵੀ ਨੇ। ਲੋਕ ਜਾਣਦੇ ਨੇ ਕਿਹਦੇ ਹੱਥਾਂ ਵਿੱਚ ਦੇਸ਼ ਦੀ ਬਾਗਡੋਰ ਦੇਣੀ ਹੈ, ਆਪਣੇ ਸੂਬੇ ਦੀ ਬਾਗਡੋਰ ਦੇਣੀ ਹੈ, ਆਪਣੇ ਜ਼ਿਲ੍ਹੇ ਦੀ ਬਾਗਡੋਰ ਦੇਣੀ ਹੈ। ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਜੋ ਵੀ ਸਿਆਸੀ ਸੋਚ ਲੋਕਾਂ ਦੇ ਮਨਾਂ ਵਿੱਚ ਉਤਰੇ ਜਾਂ ਜੋ ਵੀ ਸੱਚ ਲੋਕਾਂ ਨੂੰ ਨਜ਼ਰ ਆਏ, ਉਹ ਆਪਣੇ ਫੈਸਲੇ ਉਸ ਸੋਚ ਔਰ ਉਸ ਸੱਚ ਦੇ ਮੁਤਾਬਕ ਕਰਨ। ਤਾਂ ਹੀ ਦੇਸ਼ ਦੀ ਉਸਾਰੀ ਹੋਵੇਗੀ, ਤਾਂ ਹੀ ਸਾਡੀ ਸਿਆਸਤ ਬੁਲੰਦੀਆਂ ਦੇ ਉੱਪਰ ਜਾਵੇਗੀ। ਔਰ ਜਿਸ ਤਰ੍ਹਾਂ ਦੇ ਸਿਆਸਤਦਾਨ ਅੱਜ ਕੱਲ੍ਹ ਵੋਟਾਂ ਦੀ ਸਿਆਸਤ ਤੱਕ ਸੀਮਤ ਹੋ ਚੁੱਕੇ ਨੇ, ਉਹਨਾਂ ਸਿਆਸਤਦਾਨਾਂ ਕੋਲੋਂ ਸਾਨੂੰ ਛੁਟਕਾਰਾ ਵੀ ਮਿਲੇਗਾ। ਦੇਸ਼ ਦੀਆਂ ਚੁਣੌਤੀਆਂ ਬਹੁਤ ਡੂੰਘੀਆਂ ਨੇ, ਬਹੁਤ ਗਹਿਰੀਆਂ ਨੇ। ਵੱਡੇ ਵਿਚਾਰਾਂ ਦੇ ਮੁਤਾਬਕ ਚੱਲਣ ਵਾਲੇ ਸਿਆਸਤਦਾਨ ਹੀ ਦੇਸ਼ ਦਾ ਭਲਾ ਕਰ ਸਕਦੇ ਨੇ। ਇਹ ਗੱਲਾਂ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਔਰ ਖਾਸ ਤੌਰ ਤੇ ਨੌਜਵਾਨਾਂ ਨੂੰ ਜੋ ਆਦਰਸ਼ਵਾਦ ਦੇ ਉੱਪਰ ਚੱਲਦੇ ਨੇ, ਉਹਨਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਆਪਣੇ ਦੇਸ਼ ਨੂੰ ਕੀ ਦਿਸ਼ਾ ਦੇਣੀ ਹੈ। ਅੱਜ ਇੰਨਾ ਹੀ ਕਹਿੰਦਿਆਂ ਤੁਹਾਡੇ ਕੋਲੋਂ क्षमा ਚਾਹਾਂਗਾ। ਮੈਂ ਗਾਏ ਬਗਾਏ ਕੁਝ ਮਿਊਜ਼ਿਕ ਤੁਹਾਨੂੰ ਭੇਜਦਾ ਰਹਿਣਾ ਵਾ ਜੋ ਇਸ ਔਖੀ ਘੜੀ ਵਿੱਚ ਤੁਹਾਨੂੰ ਕੁਝ ਖੁਸ਼ੀ ਦੇ ਸਕੇ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦੀ ਹਾਂ ਔਰ ਇੱਕ ਵਾਰ ਫੇਰ ਮਾਫੀ ਮੰਗਣਾ ਕਿ ਵਿਅਕਤੀਗਤ ਤੌਰ ਤੇ ਤੁਹਾਡੇ ਦਰਮਿਆਨ ਨਹੀਂ ਆ ਪਾ ਰਿਹਾ, ਮਗਰ ਮੇਰਾ ਦਿਲ, ਮੇਰਾ ਦਿਮਾਗ ਤੁਹਾਡੀ ਭਲਾਈ ਹਮੇਸ਼ਾ ਸੋਚਦਾ ਰਹਿੰਦਾ ਹੈ। ਸਤਿ ਸ੍ਰੀ ਅਕਾਲ, ਜੈ ਹਿੰਦ।